ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਤਾਰਨ ਵਾਸਤੇ ਗਏ, ਜਿਨ੍ਹਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਉਦਾਸੀਆਂ ਕਿਹਾ ਜਾਂਦਾ ਹੈ। ਪਹਿਲੀ ਉਦਾਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੂਰਬ ਵਾਲੇ ਪਾਸੇ ਨੂੰ ਕੀਤੀ, ਜਿੱਥੇ ਸਨਾਤਨ ਧਰਮ ਦੇ ਬਹੁਤ ਸਾਰੇ ਤੀਰਥ ਅਸਥਾਨ ਸੀ। ਲੰਮੀ ਉਦਾਸੀ ਤੋਂ ਬਾਅਦ ਵੱਖ-ਵੱਖ ਥਾਵਾਂ ਦੇ ਉੱਪਰ ਸੱਚ ਦਾ ਪ੍ਰਚਾਰ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਇਸਲਾਮ ਧਰਮ ਦੇ ਜਿਹੜੇ ਕੇਂਦਰੀ ਸਥਾਨ ਸੀ, ਜਿਵੇਂ ਕਿ ਉਹਨਾਂ ਦਾ ਕੇਂਦਰੀ ਸਥਾਨ ਮੱਕਾ ਹੈ। ਮੱਕਾ ਸ਼ਹਿਰ ਦਾ ਨਾਮ ਹੈ। ਜਿਹੜਾ ਇਸਲਾਮ ਦਾ ਪਵਿੱਤਰ ਸਥਾਨ ਹੈ ਉਹਨੂੰ ਕਾਬਾ ਕਿਹਾ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਜਿਵੇਂ ਅੰਮ੍ਰਿਤਸਰ ਸ਼ਹਿਰ ਦਾ ਨਾਮ ਹੈ, ਜਿੱਥੇ ਸਿੱਖ ਜਗਤ ਨਤਮਸਤਕ ਹੁੰਦਾ ਹੈ ਉਹਨੂੰ ਸ਼੍ਰੀ ਦਰਬਾਰ ਸਾਹਿਬ ਕਿਹਾ ਜਾਂਦਾ ਹੈ। ਇੱਦਾਂ ਹੀ ਕਾਬਾ ਜਿਹੜਾ ਇਸਲਾਮ ਦਾ ਪਵਿੱਤਰ ਸਥਾਨ ਹੈ, ਮੱਕਾ ਸ਼ਹਿਰ ਦਾ ਨਾਮ ਹੈ, ਅਰਬ ਜਿਹੜਾ ਉਹ ਦੇਸ਼ ਦਾ ਨਾਮ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਸੱਚ ਦਾ ਪ੍ਰਚਾਰ ਕਰਨ ਵਾਸਤੇ ਪੱਛਮ ਵਾਲੇ ਪਾਸੇ ਨੂੰ ਚੱਲਦੇ ਹੈ। ਨਾਲ ਭਾਈ ਮਰਦਾਨਾ ਜੀ ਨੇ, ਕਵੀ ਸੰਤੋਖ ਸਿੰਘ ਜੀ ਅੱਜ ਦੇ ਇਸ ਪ੍ਰਸੰਗ ਦੇ ਰਾਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਸ ਪ੍ਰਚਾਰ ਫੇਰੀ ਦੇ ਬਾਰੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਦਰਸਾ ਰਹੇ ਹਨ। ਲੜੀਵਾਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਵਾਸਤੇ ਆਪ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਵਾਲੇ ਪਾਸੇ ਨੂੰ ਭਾਵ ਪੱਛਮ ਵਾਲੇ ਪਾਸੇ ਨੂੰ ਤੁਰ ਪੈਂਦੇ ਹੈ। ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੀਦਾਰੇ ਕਰਨ ਦੇ ਨਾਲ ਭਰਮਾਂ ਦਾ, ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਅੱਖਰ ਸ਼ੱਖਰ ਹੈ ਜੀ ਜਾਗਾ, ਆਈ ਤਾਂ ਨਿਮਖ ਮੈਂ ਲਾਗਾ। ਗੁਰੂ ਨਾਨਕ ਸਾਹਿਬ ਮਹਾਰਾਜ ਪੱਛਮ ਵਾਲੇ ਪਾਸੇ ਨੂੰ ਤੁਰ ਪਏ, ਜਿੱਧਰ ਬਹੁਤ ਹੀ ਬੀਆਬਾਨ ਇਤਿਆਦਿਕ ਜਿਹੜਾ ਉਹ ਇਲਾਕਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਉਸ ਪਾਸੇ ਨੂੰ ਚਲੇ ਜਾਂਦੇ ਹਨ। ਨੀਲ ਬਸਤਰ ਲੈ ਪੈਰ ਸਰੀਰਾ, ਕਾਖਾ ਬਤਾਵੇ ਗੁਣੀ ਗਹੀਰਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨੀਲਾ ਬਾਣਾ ਜਿਹੜਾ ਸੀ ਉਹ ਧਾਰਨ ਕਰ ਲਿਆ। ਇੱਕ ਹੱਥ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਤਾਬ ਪਕੜ ਲਈ। ਕਿਤਾਬ ਇਸਲਾਮ ਧਰਮ ਦਾ ਜਿਹੜਾ ਪਵਿੱਤਰ ਗ੍ਰੰਥ ਹੋਵੇ ਉਹਨੂੰ ਕਿਤਾਬ ਕਿਹਾ ਜਾਂਦਾ ਹੈ। ਆਪਾਂ ਭਾਰਤ ਦੇ ਅੰਦਰ ਜਿਹੜਾ ਪਵਿੱਤਰ ਗ੍ਰੰਥ ਹੋਵੇ ਉਹਨੂੰ ਪੋਥੀ ਕਿਹਾ ਜਾਂਦਾ ਹੈ। ਇਵੇਂ ਕਰਕੇ ਇਸਲਾਮ ਦੇ ਵਿੱਚ ਉਹਨੂੰ ਕਿਤਾਬ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਗੁਰਬਾਣੀ ਜਿਹਦੇ ਵਿੱਚ ਲਿਖੀ ਹੋਈ ਹੈ, ਜਿਹੜੀ ਸਤਿਗੁਰੂ ਨੇ ਉਚਾਰਨ ਕੀਤੀ, ਜਾਂ ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਜਿਹੜੀ ਭਗਤ ਸਾਹਿਬਾਨਾਂ ਦੀ ਗੁਰਬਾਣੀ ਨੂੰ ਇਕੱਤਰ ਕੀਤਾ, ਉਹ ਕਿਤਾਬ, ਉਹ ਪੋਥੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹੱਥ ਵਿੱਚ ਹੈ। ਉੱਚੀ ਕੁਲੇ ਧਰੀ ਰਜ ਸੀਸੰ, ਆਸਾ ਹਾਰ ਵਿਖੇ ਜਗਦੀਸ਼ੰ। ਬਿਲਕੁਲ ਜਿਵੇਂ ਇਸਲਾਮ ਦੇ ਵਿੱਚ ਪਹਿਰਾਵਾ ਹੁੰਦਾ ਹੈ, ਉਵੇਂ ਦਾ ਪਹਿਰਾਵਾ ਗੁਰੂ ਨਾਨਕ ਸਾਹਿਬ ਨੇ ਧਾਰਨ ਕੀਤਾ ਹੈ। ਸਤਿਗੁਰੂ ਨੇ ਆਪਣੇ ਸਿਰ ਦੇ ਉੱਪਰ ਜਿਵੇਂ ਇਸਲਾਮ ਵਾਲੇ ਟੋਪੀ ਪਾਉਂਦੇ ਉਹ ਵੀ ਰੱਖ ਲਈ। ਆਪਣੇ ਹੱਥ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਜਿਹੜਾ ਸੋਟਾ ਹੈ ਉਹ ਵੀ ਪਕੜ ਲੈਣਾ ਕੀਤਾ ਹੈ। ਗਰੇ ਜਿਨੇ ਉਪਾਏ ਕਿਰਪਾਲਾ, ਤਿਲ ਕਰਿਓ ਸੁੰਦਰ ਪੁਨ ਭਾਲਾ। ਜਿਵੇਂ ਇਸ ਭਾਰਤ ਦੇ ਖਿੱਤੇ ਦੇ ਅੰਦਰ ਸਨਾਤਨੀ ਧਰਮ ਵਾਲੇ ਵੀਰ ਜਿਹੜੇ ਉਹ ਜਨੇਊ ਧਾਰਨ ਕਰਦੇ, ਇਸਲਾਮ ਵਾਲੇ ਜਿਹੜੇ ਆਪਣੇ ਆਪਣੇ ਤਰੀਕੇ ਦੇ ਨਾਲ ਧਰਮ ਦਾ ਪਹਿਰਾਵਾ ਧਾਰਨ ਕਰਦੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼ ਕੂੰਜਾਂ ਵਾਂਗ ਮੁਸੱਲਾ ਧਾਰੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨੀਲ ਧਾਰੀ ਬਸਤਰ ਧਾਰਨ ਕੀਤੇ। ਇੱਕ ਹੱਥ ਵਿੱਚ ਕਿਤਾਬ, ਦੂਸਰੇ ਹੱਥ ਵਿੱਚ ਡਾਂਗ ਪਕੜੀ ਹੋਈ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਹੱਥ ਵਿੱਚ ਮੁਸੱਲਾ, ਮੁਸੱਲਾ ਦਾ ਅਰਥ ਹੁੰਦਾ ਹੈ ਜਿੱਥੇ ਵੀ ਇਸਲਾਮ ਧਰਮ ਦੇ ਵਿੱਚ ਜਿਹੜਾ ਹੈ ਨਾ 5 ਵਕਤ ਨਮਾਜ਼ ਪੜ੍ਹੀ ਜਾਂਦੀ ਹੈ। 5 ਵਕਤ ਨਮਾਜ਼ ਪੜ੍ਹਨ ਵਾਸਤੇ
ਜਦੋਂ ਵੀ ਨਮਾਜ਼ ਪੜ੍ਹਨ ਦਾ ਵਕਤ ਹੁੰਦਾ ਹੈ ਤੇ ਇਸਲਾਮ ਵਾਲੇ ਲੋਕਾਂ ਦੇ ਕੋਲ ਇੱਕ ਮੋਢੇ ਦੇ ਉੱਪਰ ਧਰਿਆ ਐਸਾ ਕੱਪੜਾ, ਚਟਾਈ ਵੀ ਜਿਹਨੂੰ ਕਹਿ ਸਕਦੇ ਹਾਂ, ਉਹ ਹੁੰਦੀ ਹੈ। ਜਿੱਥੇ ਨਮਾਜ਼ ਪੜ੍ਹਨ ਦਾ ਵਕਤ ਹੁੰਦਾ ਉਹ ਥੱਲੇ ਵਿਛਾ ਕੇ ਤੇ ਉਹਦੇ ਨਾਲ ਉਹਦੇ ਉੱਪਰ ਬੈਠ ਕੇ ਨਮਾਜ਼ ਪੜ੍ਹਨ ਲੱਗ ਜਾਂਦੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਹੱਥ ਵਿੱਚ ਮੁਸੱਲਾ ਵੀ ਪਕੜ ਲਿਆ ਹੈ, ਇੱਕ ਹੱਥ ਵਿੱਚ ਬਾਬੇ ਨੇ ਲੋਟਾ ਫੜ ਲਿਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਗਲੇ ਦੇ ਵਿੱਚ ਰੇਸ਼ਮ ਦੀ ਜਿਹੜੀ ਮਾਲਾ ਹੈ ਉਹ ਧਾਰਨ ਕਰ ਲਈ। ਇੱਦਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਹਾਜੀ ਬਣ ਜਾਂਦੇ ਹੈ। ਹਾਜੀ ਦਾ ਭਾਵ ਜਿਹੜੇ ਹੱਜ ਕਰਨ ਵਾਸਤੇ ਜਾਂਦੇ, ਇਸਲਾਮ ਧਰਮ ਦੇ ਲੋਕ ਜਿਹੜੇ ਹਨ ਉਹ ਮੱਕੇ ਦੀ ਹੱਜ ਕਰਨ ਵਾਸਤੇ ਜਾਂਦੇ ਹੈ। ਔਰ ਮੰਨਿਆ ਜਾਂਦਾ ਹੈ ਕਿ ਹਰ ਮੁਸਲਮਾਨ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਹੱਜ ਕਰਨ ਵਾਸਤੇ ਜ਼ਰੂਰ ਜਾਵੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੱਚ ਦਾ ਉਪਦੇਸ਼ ਦੇਣ ਵਾਸਤੇ ਹਾਜੀ ਬਣ ਕੇ ਉਸ ਪਾਸੇ ਨੂੰ ਤੁਰ ਪੈਂਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਦਾ ਰੂਪ, ਇੱਦਾਂ ਦਾ ਵੇਸ਼ ਧਾਰਨ ਕੀਤਾ ਹੋਇਆ ਸੀ ਕਿ ਜਿਵੇਂ ਬਾਹਰੀ ਤੌਰ ਦੇ ਉੱਪਰ ਪਹਿਰਾਵਾ ਜਿਹੜਾ ਸੀ ਉਹ ਇਸਲਾਮ ਧਰਮ ਦਾ ਸੀ, ਔਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੋਈ ਇਹ ਵੀ ਨਹੀਂ ਪਹਿਚਾਣ ਸਕਦਾ ਵੀ ਉਹ ਮੁਸਲਮਾਨ ਨੇ ਜਾਂ ਉਹ ਹਿੰਦੂ ਹੈ। ਉਹ ਦੋਵਾਂ ਨਾਲੋਂ ਬਿਲਕੁਲ ਨਵੇਕਲੇ, ਜਿਹੜੇ ਵੱਖਰੇ ਉਹ ਨਜ਼ਰ ਆ ਰਹੇ ਸਨ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਮੁਲਤਾਨ ਪਹੁੰਚ ਜਾਂਦੇ ਹੈ, ਉੱਥੇ ਉਹਨਾਂ ਨੂੰ ਕੁਝ ਹੱਜ ਕਰਨ ਵਾਲੇ ਲੋਕ, ਹਾਜੀ ਜਿਹੜੇ ਸਨ, ਉਹ ਮਿਲ ਪੈਂਦੇ ਹਨ। ਉਹ ਜਿਹੜੇ ਹਾਜੀ ਸਨ ਉਹ ਵੀ ਮੱਕੇ ਦੀ ਹੱਜ ਕਰਨ ਵਾਸਤੇ ਘਰੋਂ ਤੁਰੇ ਹੋਏ ਸਨ, ਪਰ ਰਾਤ ਦਾ ਵਿਸ਼ਰਾਮ ਕਰਨ ਵਾਸਤੇ ਉੱਥੇ ਡੇਰਾ ਲਾ ਕੇ ਬੈਠੇ ਹੋਏ ਸਨ, ਭਾਵ ਠਹਿਰੇ ਹੋਏ ਸਨ। ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਉੱਥੇ ਜਾ ਕੇ ਬੈਠ ਗਏ ਜਿੱਥੇ ਉਹ ਸਾਰੇ ਹਾਜੀ ਇਕੱਠੇ ਹੋ ਕੇ ਬੈਠੇ ਹੋਏ ਸਨ, ਜਿਨ੍ਹਾਂ ਨੇ ਰਾਤ ਦਾ ਵਿਸ਼ਰਾਮ ਕਰਨ ਵਾਸਤੇ ਡੇਰਾ ਕੀਤਾ ਹੋਇਆ ਸੀ। ਦਿਨ ਚੜ੍ਹਦਾ ਉਹਨਾਂ ਨੇ ਫਿਰ ਹੱਜ ਕਰਨ ਵਾਸਤੇ ਤੁਰ ਪੈਣਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਵੀ ਉਹਨਾਂ ਦੇ ਕੋਲ ਜਾ ਕੇ ਬੈਠ ਜਾਂਦੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੱਥ ਵਿੱਚ ਫੜਿਆ ਹੋਇਆ ਮੁਸੱਲਾ, ਭਾਵ ਉਹ ਜਿਹੜੀ ਚਟਾਈ, ਉਹ ਕੱਪੜਾ ਜਿਹਦੇ ਉੱਪਰ ਨਮਾਜ਼ ਪੜ੍ਹਨ ਵਾਸਤੇ ਬੈਠਦੇ ਸੀ, ਸਤਿਗੁਰੂ ਨੇ ਉਹ ਥੱਲੇ ਵਿਛਾ ਲਈ ਹੈ ਤੇ ਉਹਦੇ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਬਿਰਾਜਮਾਨ ਹੋ ਜਾਂਦੇ ਹਨ। ਜਿਹੜੇ ਹਾਜੀ ਸਨ ਉਹਨਾਂ ਨੇ ਵੇਖਿਆ ਕਿ ਇਹ ਕਿੱਦਾਂ ਦਾ ਮਨੁੱਖ ਲੱਗਦਾ ਹੈ। ਉਹਨਾਂ ਦੇ ਮਨ ਅੰਦਰ ਈਰਖਾ ਪੈਦਾ ਹੋ ਗਈ, ਔਰ ਲਗਭਗ ਉਹ ਜਿਹੜੇ ਭਾਰਤ ਦੇ ਵਿੱਚੋਂ ਗਏ ਹੋਏ ਹਾਜੀ ਸਨ ਉਹ ਗੁਰੂ ਨਾਨਕ ਸਾਹਿਬ ਨੂੰ ਜਾਣਦੇ ਵੀ ਸਨ ਕਿ ਉਹੀ ਬਾਬਾ ਹੈ ਜਿਹਨੇ ਕਦੇ ਦੌਲਤ ਖਾਂ ਲੋਧੀ ਦੇ ਦਰਬਾਰ ਵਿੱਚ ਖਲੋ ਕੇ ਕਹਿ ਦਿੱਤਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ। ਇਹ ਉਹੀ ਬਾਬਾ ਹੈ ਜਿਹਨੇ ਬੜੀਆਂ ਕੁਰਾਂਤੀਕਾਰੀ ਗੱਲਾਂ ਕੀਤੀਆਂ। ਇਹ ਉਹੀ ਬਾਬਾ ਹੈ ਜਿਹੜਾ ਲਾਲੋ ਵਰਗਿਆਂ ਦੇ ਘਰ ਵਿੱਚ ਜਾਂਦਾ ਹੈ। ਉਹੀ ਬਾਬਾ ਹੈ ਜਿਹਨੇ ਕਹਿ ਦਿੱਤਾ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਔਰ ਲਗਭਗ ਜਿਹੜੇ ਭਾਰਤ ਦੇ ਵਿੱਚੋਂ ਜਾਣ ਵਾਲੇ ਹਾਜੀ ਸਨ, ਕਾਜੀ ਸਨ, ਉਹ ਗੁਰੂ ਨਾਨਕ ਸਾਹਿਬ ਨੂੰ ਜਾਣਦੇ ਵੀ ਸਨ। ਪਰ ਸਤਿਗੁਰੂ ਦਾ ਹੁਣ ਪਹਿਰਾਵਾ ਜਿਹੜਾ ਉਹ ਇਸਲਾਮ ਵਾਲਾ ਸੀ, ਇਹ ਵੇਖ ਕੇ ਉਹ ਜਿਹੜੇ ਹਾਜੀ ਲੋਕ ਹਨ ਉਹਨਾਂ ਦੇ ਮਨ ਅੰਦਰ ਈਰਖਾ ਪੈਦਾ ਹੋ ਜਾਂਦੀ ਹੈ। ਜਿਹੜੇ ਨਹੀਂ ਸੀ ਜਾਣਦੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਦੇ ਨੇ, ਕਹਿੰਦੇ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਤੁਹਾਡਾ ਦੇਸ਼ ਕਿਹੜਾ ਹੈ ਔਰ ਤੁਸੀਂ ਕਿੱਥੇ ਜਾਣਾ ਹੈ। ਇੱਦਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਕਰਕੇ ਪੁੱਛਦੇ ਹਨ। ਕਈ ਪੁੱਛਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਕਹਿਣ ਲੱਗੇ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ, ਤੁਹਾਡੇ ਬਾਰੇ ਕੋਈ ਪਹਿਚਾਣ ਜਿਹੜੀ ਹੈ ਉਹ ਵੀ ਨਹੀਂ ਹੁੰਦੀ ਪਈ ਕਿ ਆਖਰ ਤੁਸੀਂ ਹੈ ਕੌਣ ਹੋ। ਕਹਿੰਦੇ ਕਿ ਤੁਸੀਂ ਦੇਖੋ ਹੱਜ ਕਰਨ ਵਾਲਾ ਬਾਣਾ ਧਾਰਨ ਕੀਤਾ ਹੈ, ਔਰ ਇਹ ਵੀ ਹੈ ਕਿ ਲੱਗਦਾ ਜਿਵੇਂ ਤਿਲਕ ਜਿਹਾ ਤੁਹਾਡੇ ਮੱਥੇ ਤੇ ਨਜ਼ਰ ਆਉਂਦਾ ਹੈ। ਇਵੇਂ ਵੀ ਲੱਗਦਾ ਕਿ ਜਿਵੇਂ ਤੁਸੀਂ ਹਿੰਦੂ ਵੀ ਹੋਵੋ। ਇਹ ਤੁਹਾਡੇ ਬਾਰੇ ਅਸਲ ਪਹਿਚਾਣ ਨਹੀਂ ਹੋ ਰਹੀ ਕਿ ਤੁਸੀਂ ਕਿਹੜੇ ਧਰਮ ਨਾਲ ਸੰਬੰਧ ਰੱਖਦੇ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਜਵਾਬ ਦਿੰਦੇ, ਮਹਾਰਾਜ ਕਹਿਣ ਲੱਗੇ ਅਸੀਂ ਬੇਗਮਪੁਰੇ ਤੋਂ ਆਏ ਹਾਂ। ਬੇਗਮਪੁਰਾ ਕੀ ਹੈ?
ਬੇਗਮ, ਜਿੱਥੇ ਕੋਈ ਗਮ ਨਹੀਂ, ਜਿੱਥੇ ਕੋਈ ਚਿੰਤਾ ਨਹੀਂ, ਜਿੱਥੇ ਕੋਈ ਝੋਰਾ ਵੀ ਨਹੀਂ। ਸਤਿਗੁਰੂ ਦੀ ਪਵਿੱਤਰ ਗੁਰਬਾਣੀ ਵਿੱਚ ਪਾਵਨ ਬਚਨ ਆਇਆ। ਜਦੋਂ ਭਗਤ ਰਵਿਦਾਸ ਸਾਹਿਬ ਨੂੰ ਪੁੱਛਿਆ ਗਿਆ ਤੁਹਾਡਾ ਕਿਹੜਾ ਸ਼ਹਿਰ ਹੈ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ, ਔਰ ਭਗਤ ਰਵਿਦਾਸ ਸਾਹਿਬ ਕਹਿਣ ਲੱਗੇ, ਕਹਿੰਦੇ ਮੇਰਾ ਉਹ ਟਿਕਾਣਾ ਹੈ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੇ ਠਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਏ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਭਗਤ ਰਵਿਦਾਸ ਸਾਹਿਬ ਕਹਿਣ ਲੱਗੇ, ਕਹਿੰਦੇ ਬੇਗਮਪੁਰਾ, ਜਿੱਥੇ ਕੋਈ ਗਮ ਨਹੀਂ, ਪਾਓ ਰੱਬ ਦਾ ਘਰ ਹੈ, ਪ੍ਰਮਾਤਮਾ ਦਾ ਘਰ, ਮਨ ਦੀ ਐਸੀ ਅਵਸਥਾ ਜਿੱਥੇ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ, ਜਿੱਥੇ ਕੋਈ ਗਮ ਨਹੀਂ, ਜਿੱਥੇ ਕੋਈ ਟੈਕਸ ਨਹੀਂ ਲੱਗਦਾ, ਜਿੱਥੇ ਕੋਈ ਝੋਰਾ ਨਹੀਂ, ਜਿੱਥੇ ਕੋਈ ਚਿੰਤਾ ਨਹੀਂ। ਆਪ ਮੋਏ ਖੂਬ ਵਤਨ ਗਏ ਭਾਈ, ਹੁਣ ਉਹ ਵਾਲਾ ਵਤਨ ਜਿਹੜਾ ਹੈ ਨਾ ਮੈਂ ਪ੍ਰਾਪਤ ਕਰ ਲਿਆ ਹੈ। ਇੱਦਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਅਸੀਂ ਬੇਗਮਪੁਰੇ ਤੋਂ ਆਏ ਹਾਂ। ਹਿੰਦੂ ਮੁਸਲਮਾਨ ਜਗਮਾਹੂ, ਮੈਂ ਹੋ ਦੋਨੋਂ ਗੀਰ ਗਵਾਹੂ। ਸਤਿਗੁਰੂ ਕਹਿਣ ਲੱਗੇ ਇਸ ਖਿੱਤੇ ਦੇ ਵਿੱਚ ਦੋ ਧਰਮ ਹੈ, ਇਸਲਾਮ ਹੈ ਤੇ ਹਿੰਦੂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅਸੀਂ ਦੋਵਾਂ ਨਾਲੋਂ ਵੱਖਰੇ ਹਾਂ ਤੇ ਦੋਵਾਂ ਦੇ ਗਵਾਹ ਹਾਂ, ਇਵੇਂ ਕਰਕੇ ਅਸੀਂ ਨਿਆਰੇ ਹਾਂ ਇਹਨਾਂ ਨਾਲੋਂ। ਅਖਬਾਰ ਮੈਂ ਗੁਰਜੀ ਕਾਚੇ, ਤਰ ਸਾਚੋ ਪੂਰੇ ਮਨ ਰਾਚੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਸੰਸਾਰ ਜਿਹੜਾ ਨਜ਼ਰ ਆਉਂਦਾ ਹੈ ਇਹ ਕੂੜ ਹੈ, ਝੂਠ ਹੈ, ਅਗਿਆਨਤਾ ਹੈ, ਭਰਮ ਹੈ, ਪਖੰਡ ਹੈ। ਇਹਦੇ ਵਿੱਚ ਸਾਰੇ ਲੋਕ ਜਿਹੜੇ ਉਲਝੇ ਹੋਏ ਨੇ ਤੇ ਇਸ ਕੂੜ ਦੇ ਵਿੱਚ ਉਲਝਣ ਕਰਕੇ ਇਹਨਾਂ ਨੇ ਸੱਚ ਨੂੰ, ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ। ਜਲਵਾ ਸਰਬ ਸਰੀਰ ਨੰਜੋ, ਦੇਖੋ ਭੇਵ ਨ ਜਾਣੇ ਕੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਸਾਰੇ ਹਾਜ਼ੀਆਂ ਨੂੰ, ਸਤਿਗੁਰੂ ਕਹਿੰਦੇ ਜਿਹੜੀ ਅਸਲ ਸ਼ਕਤੀ ਹੈ ਨਾ ਬੰਦੇ ਦੇ ਅੰਦਰ, ਮਨੁੱਖ ਦੇ ਅੰਦਰ, ਉਸ ਸ਼ਕਤੀ ਉਹਦਾ ਕੋਈ ਭੇਦ ਜਿਹੜਾ ਨਹੀਂ ਜਾਣ ਸਕਿਆ। ਕੋਈ ਵਿਰਲਾ ਮਨੁੱਖ ਹੀ ਜਿਹੜਾ ਅੰਦਰ ਦੇ ਭੇਦ ਨੂੰ ਸਮਝ ਸਕਦਾ ਹੈ। ਬੰਦਗੀ ਬੰਦਾ ਆਇਓ, ਤੇ ਤਜਮਾਨ ਮੋਲ ਪਟਾਇਓ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਵੇਖੋ ਇਹ ਮਨੁੱਖ ਜਿਹੜਾ ਹੈ ਨਾ ਇਹ ਆਇਆ ਹੈ ਬੰਦਗੀ ਕਰਨ ਵਾਸਤੇ, ਇਹ ਆਇਆ ਹੈ ਪ੍ਰਮਾਤਮਾ ਨੂੰ ਚੇਤੇ ਕਰਨ ਵਾਸਤੇ। ਮਹਾਰਾਜ ਕਹਿੰਦੇ ਜੋ ਕਰਨ ਵਾਸਤੇ ਆਇਆ ਉਹ ਕੰਮ ਭੁਲਾਤਾ, ਹੰਕਾਰ ਦੇ ਵਿੱਚ ਪੈ ਕੇ, ਹੰਕਾਰ ਦੇ ਵਿੱਚ ਆਪਣੇ ਆਪ ਨੂੰ ਗਵਾ ਦਿੱਤਾ, ਇਹ ਮਨੁੱਖਾ ਜੀਵਨ ਨੂੰ ਬਰਬਾਦ ਕਰ ਦਿੱਤਾ। ਮਹਾਰਾਜ ਕਹਿੰਦੇ ਇਸ ਹੰਕਾਰ ਵਿੱਚ ਪੈ ਕੇ ਆਪਣੇ ਮਨੁੱਖਾ ਜੀਵਨ ਨੂੰ ਇੱਦਾਂ ਹੀ ਜਿਹੜਾ ਹੈ ਉਹ ਗਵਾਉਂਦਾ ਪਿਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਰੱਬ ਨੂੰ ਭੁਲਾਉਣ ਕਰਕੇ ਬੰਦਾ ਜਿਹੜਾ ਪਸ਼ੂ ਬਣਿਆ ਹੋਇਆ ਹੈ। ਕਿਉਂ? ਸਰੀਰ ਤੇ ਭਾਵੇਂ ਬੰਦਿਆਂ ਵਾਲਾ ਹੀ ਹੈ ਪਰ ਉਹਦੇ ਕਾਰਨਾਮੇ, ਉਹਦੇ ਕੰਮ ਪਸ਼ੂਆਂ ਵਾਲੇ। ਮਹਾਰਾਜ ਨੇ ਪਾਵਨ ਬਾਣੀ ਵਿੱਚ ਕਿਹਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮਹਾਰਾਜ ਕਹਿੰਦੇ ਕਰਤੂਤਾਂ ਪਸ਼ੂਆਂ ਵਾਲੀਆਂ, ਕਾਰਨਾਮੇ ਜਿਹੜੇ ਉਹ ਜਾਨਵਰਾਂ ਵਾਲੇ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਸਾਰੇ ਹਾਜੀਆਂ ਨੂੰ, ਕਹਿੰਦੇ ਰੱਬ ਨੂੰ ਭੁਲਾਉਣ ਕਰਕੇ ਬੰਦਾ ਪਸ਼ੂ ਦੇ ਸਮਾਨ ਹੈ। ਸਤਿਗੁਰੂ ਕਹਿਣ ਲੱਗੇ ਇਹ ਸੱਚਾ ਉਪਦੇਸ਼ ਹੈ, ਇਹ ਉਪਦੇਸ਼ ਨੂੰ ਤੁਸੀਂ ਸਮਝ ਲੈਣਾ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਹਾਨ ਵਿਚਾਰ ਸੁਣੇ ਕਾਜ਼ੀਆਂ ਨੇ। ਕਾਜ਼ੀ ਹੈਰਾਨ ਹੋ ਗਏ, ਸੁੰਨ ਹੋ ਗਏ। ਇੰਨਾ ਗੂੜਾ ਗਿਆਨ ਇਹ ਆਮ ਬੰਦੇ ਵਿੱਚ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਸੁਣ ਕੇ ਹੈਰਾਨ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਗੱਲਾਂ ਸੁਣ ਕੇ ਉਹ ਹੈਰਾਨ ਹੋ ਗਏ, ਆਪਣੇ ਮਨ ਵਿੱਚ ਵਿਚਾਰਾਂ ਕਰਨ ਲੱਗੇ ਕੋਈ ਆਮ ਨਹੀਂ ਹੋ ਸਕਦਾ। ਉਹਨਾਂ ਦੇ ਵਿੱਚ ਪੀਰ ਜਿਹੜਾ ਮੁਲਤਾਨ ਦਾ ਵੱਡਾ ਪੀਰ ਜਿਹੜਾ ਬਹਾਵਦੀਨ ਸੀ ਉਹ ਵੀ ਬੈਠਾ ਹੋਇਆ ਸੀ। ਉਹਨੇ ਵੀ ਸੁਣਿਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਹਨਾਂ ਮੁਬਾਰਕ ਬਚਨਾਂ ਨੂੰ, ਹੈਰਾਨ ਰਹਿ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਫਿਰ ਸਵਾਲ ਕਰਕੇ ਕਹਿਣ ਲੱਗੇ, ਕਹਿੰਦੇ ਨੇ ਆਹ ਜਿਹੜੀ ਕਿਤਾਬ ਹੈ ਤੁਹਾਡੇ ਪਾਸ ਇਹ ਕੀ ਹੈ? ਇਹਦੇ ਬਾਰੇ ਤੁਸੀਂ ਜਿਹੜਾ ਹੈ ਇਹ ਸਾਨੂੰ ਦੱਸਣਾ ਕਰੋ। ਕਹਿਣ ਲੱਗੇ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ, ਇਹਦੇ ਵਿੱਚ ਹੈ ਕੀ ਹੈ, ਇਹਦੇ ਬਾਰੇ ਸਾਨੂੰ ਜਿਹੜਾ ਦੱਸਣਾ ਕਰੋ, ਪੜ੍ਹ ਕੇ ਦੱਸਣਾ ਕਰੋ, ਇਹਦੇ ਅਰਥ ਕਰਕੇ ਸਾਨੂੰ ਦੱਸਣਾ ਕਰੋ। ਇਹ ਤੁਹਾਨੂੰ ਪੜ੍ਹਨਾ ਆਉਂਦਾ ਹੈ? ਕੀ ਲਿਖਿਆ ਹੋਇਆ ਕਿਤਾਬ ਦੇ ਬਾਰੇ ਤੁਸੀਂ ਦੱਸਣਾ ਕਰੋ।
ਸੁਨ ਸ੍ਰੀ ਕਰ ਗੁਰ ਬਚਨ ਉਚਾਰਾ ਪਉਨ ਕਿਤਾਬਨ ਕੀਨ ਪ੍ਰਕਾਰਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਅੱਗੋਂ ਜਵਾਬ ਦਿੰਦੇ ਆ। ਸਤਿਗੁਰੂ ਕਹਿੰਦੇ ਕਿਤਾਬ ਪੜ੍ਹਨੀ 3 ਤਰ੍ਹਾਂ ਦੀ ਹੁੰਦੀ ਹੈ। ਮਹਾਰਾਜ ਹੈਰਾਨ ਰਹਿ ਗਏ ਕਾਜੀ, ਮਹਾਰਾਜ 3 ਤਰ੍ਹਾਂ ਦੀ ਕਿਤਾਬ ਪੜ੍ਹਨੀ ਕਿਵੇਂ ਹੁੰਦੀ ਹੈ? ਸਤਿਗੁਰੂ ਕਹਿੰਦੇ ਗਿਆਨ ਪੜ੍ਹ ਲੈਣਾ ਇਹ 3 ਤਰ੍ਹਾਂ ਦਾ ਹੁੰਦਾ ਏ। ਤਿੰਨਾਂ ਦਾ ਤਰੀਕਾ ਵੱਖੋ ਵੱਖਰਾ ਏ, ਤਿੰਨਾਂ ਦਾ ਹਿਸਾਬ ਕਿਤਾਬ ਵੱਖੋ ਵੱਖਰਾ ਏ। ਤੇ ਉਹ ਕਾਜ਼ੀ ਪੁੱਛਣ ਲੱਗੇ, ਮਹਾਰਾਜ ਫਿਰ ਦੱਸੋ 3 ਤਰ੍ਹਾਂ ਦੀ ਜਿਹੜਾ ਕਿਤਾਬ ਨੂੰ ਪੜ੍ਹਨਾ ਵਿਚਾਰਨਾ, ਗਿਆਨ ਨੂੰ ਪੜ੍ਹਨਾ ਵਿਚਾਰਨਾ, ਉਹ 3 ਤਰ੍ਹਾਂ ਦਾ ਹੈ ਕਿਹੜਾ ਕਿਹੜਾ? ਖਾਨ ਗੋਸ਼ ਮਰ ਘਰ ਜਹ ਪੁਨਾ ਇਨਕੇ ਲੱਛਣ ਉਚਰੀ ਹੋ ਪੁਨਾ। ਸਤਿਗੁਰੂ ਕਹਿਣ ਲੱਗੇ, ਕਹਿੰਦੇ 3 ਤਰ੍ਹਾਂ ਦੀ ਪੜ੍ਹਨੀ ਜਿਹੜੀ ਆ ਉਹ ਇੱਦਾਂ ਹੈ। ਪਹਿਲਾ ਗਿਆਨ ਪੜ੍ਹਨਾ, ਕਿਤਾਬ ਨੂੰ ਪੜ੍ਹਨਾ, ਉਹ ਹੈ ਹੱਡੀਆਂ ਦਾ ਖਾਣਾ। ਦੂਸਰਾ ਹੈ ਸਤਿਗੁਰੂ ਕਹਿਣ ਲੱਗੇ ਮਾਸ ਖਾਣ ਦੇ ਬਰਾਬਰ। ਤੀਜਾ ਹੈ ਮਗਜ਼ ਖਾਣਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕੋ ਕਹਿਣ ਲੱਗੇ, ਕਹਿੰਦੇ ਸਤਿਗੁਰੂ ਇਹਦਾ ਕੀ ਭਾਵ ਹੋਇਆ ਕਿ ਇੱਕ ਹੱਡੀਆਂ ਦਾ ਖਾਣਾ, ਦੂਜਾ ਮਾਸ ਦਾ ਖਾਣਾ, ਤੀਜਾ ਮਗਜ਼ ਦਾ ਖਾਣਾ? ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਣ ਲੱਗੇ, ਕਹਿੰਦੇ ਕਾਜੀਓ ਪਹਿਲਾ ਗਿਆਨ ਨੂੰ ਪੜ੍ਹ ਕੇ, ਕਿਤਾਬ ਨੂੰ ਪੜ੍ਹ ਕੇ ਕਿਸੇ ਤੇ ਸ਼ੰਕਾ ਕਰਨਾ ਬੰਦਾ ਬਹੁਤੀ ਵਾਰ ਕਰਦਾ ਹੀ ਇੱਦਾਂ ਹੈ। ਜਦੋਂ ਉਹਨੂੰ 4 ਕੋ ਗਿਆਨ ਦੀਆਂ ਗੱਲਾਂ ਆਉਣ ਲੱਗ ਪੈਂਦੀਆਂ ਫਿਰ ਸ਼ੰਕੇ ਕਰਨ ਲੱਗ ਪੈਂਦਾ, ਆਹ ਕਿਵੇਂ ਹੋ ਗਿਆ, ਇੱਦਾਂ ਕਿਵੇਂ ਹੋ ਗਿਆ, ਮੇਰੇ ਤੋਂ ਵੱਧ ਗਿਆਨੀ ਕੌਣ ਹੈ? ਜਿਹਨੂੰ 4 ਕੋ ਗੱਲਾਂ ਪੜ੍ਹਨੀਆਂ ਆ ਜਾਂਦੀਆਂ, 4 ਕੁ ਦਿਨ ਬੱਚਾ ਸਕੂਲ ਜਾ ਕੇ ਚੰਗੀਆਂ ਗੱਲਾਂ ਸਿੱਖ ਆਵੇ, ਸਾਰੇ ਪਰਿਵਾਰ ਨੂੰ ਆਣ ਕੇ ਦੱਸਦਾ ਮੇਰੇ ਤੋਂ ਵੱਧ ਥੋੜ੍ਹੀ ਤੁਸੀਂ ਸਿਆਣੇ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਹਿੰਦੇ ਇਹ ਪਹਿਲੇ ਤਰ੍ਹਾਂ ਦਾ ਗਿਆਨ ਹੈ। ਇਹ ਇੱਦਾਂ ਹੀ ਹੈ ਕਿ ਤੁਸੀਂ ਆਪਣੀਆਂ ਆਪੇ ਹੱਡੀਆਂ ਨੂੰ ਖਾਣ ਲੱਗ ਪਏ। ਭਾਵ ਪਹਿਲਾ ਗਿਆਨ ਪੜ੍ਹ ਕੇ ਕੇਵਲ ਤੇ ਕੇਵਲ ਤਰਕ ਕਰਨਾ, ਸ਼ੰਕਾ ਕਰਨੇ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਦੂਜਾ ਹੈ ਕਿ ਗਿਆਨ ਨੂੰ ਪੜ੍ਹ ਕੇ ਹੰਕਾਰ ਕਰ ਲੈਣਾ, ਹੰਕਾਰ ਕਰਕੇ ਬੈਠ ਜਾਣਾ ਕਿ ਮੇਰੇ ਤੋਂ ਵੱਧ ਕਿਸੇ ਨੂੰ ਗਿਆਨ ਥੋੜ੍ਹਾ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਕਹਿਣ ਲੱਗੇ ਤੀਸਰਾ ਹੈ ਪੜ੍ਹ ਕੇ ਵਿਚਾਰ ਕੇ ਤੇ ਆਪਣੇ ਹਿਰਦੇ ਦੇ ਵਿੱਚ ਵਸਾ ਲੈਣਾ। ਪੜ੍ਹ ਕੇ ਵਿਚਾਰ ਕੇ ਕਿਸੇ ਦੇ ਨਾਲ ਉਲਝਣ ਦੀ ਬਜਾਏ ਕਿਸੇ ਨੂੰ ਸੱਚ ਦਾ ਉਪਦੇਸ਼ ਦੇ ਦੇਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਪੜ੍ਹ ਕੇ ਵਿਚਾਰ ਕੇ ਪ੍ਰਭੂ ਪਰਮਾਤਮਾ ਦੇ ਨਾਲ ਜੁੜ ਜਾਣਾ। ਸਤਿਗੁਰੂ ਕਹਿੰਦੇ ਇਹ ਮਗਜ਼ ਤੱਤ ਹੈ, ਇਹ ਤੱਤ ਦੀ ਗੱਲ ਹੈ। ਕਹਿਣ ਦਾ ਭਾਵ ਪਹਿਲਾ ਉਹ ਸਤਿਗੁਰੂ ਕਹਿਣ ਲੱਗੇ 4 ਕੋ ਅੱਖਰ ਪੜ੍ਹ ਕੇ ਸ਼ੰਕੇ ਕਰਨੇ, ਦੂਜਾ ਉਹ ਹੰਕਾਰ ਕਰਨਾ, ਤੇ ਤੀਜਾ ਉਹ ਹੈ ਜਿਹੜਾ ਪੜ੍ਹ ਕੇ ਵਿਚਾਰ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਜਿਹੜਾ ਕਿਸੇ ਨੂੰ ਸੱਚ ਦੱਸ ਦੇਣਾ, ਕਿਸੇ ਨਾਲ ਉਲਝਣ ਦੀ ਬਜਾਏ ਕਿਸੇ ਨੂੰ ਚੰਗੀ ਗੱਲ ਜਿਹੜੀ ਉਹ ਦਰਸਾ ਦੇਣੀ। ਮਹਾਰਾਜ ਕਹਿਣ ਲੱਗੇ ਇਹ 3 ਤਰ੍ਹਾਂ ਦੀ ਕਿਤਾਬ ਜਿਹੜੀ ਪੜ੍ਹਨ ਦੇ ਬਰਾਬਰ ਹੈ। ਸੁਣ ਸੋ ਕਹੇ ਗੁਰੇ ਸਿਰਧਾਰੀ ਜੀ ਕਰਮ ਕਰੋ ਚਾਰੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਹ ਗੱਲ ਸੁਣ ਕੇ ਕਾਜ਼ੀ ਹਾਜੀ ਲੋਕ ਜਿਹੜੇ ਸਨ ਉਹ ਹੈਰਾਨ ਰਹਿ ਗਏ। ਕਹਿਣ ਲੱਗੇ, ਕਹਿੰਦੇ ਮਹਾਰਾਜ ਆਹ ਸਿਰ ਦੇ ਉੱਪਰ ਟੋਪੀ ਪਾਈ ਹੋਈ ਹੈ, ਇਹਦਾ ਕੀ ਭਾਵ ਹੈ? ਇਹਦੇ ਬਾਰੇ ਵੀ ਸਾਨੂੰ ਕੁਝ ਦੱਸਣਾ ਕਰੋ। ਤੇ ਬੋਲੇ ਬੇਦੀ ਕੁਲ ਕੀਰਾ ਕੁਲੇ ਧਰਨ ਕੋ ਸਮਝੋ ਹੀਰਾ। ਗੁਰੂ ਨਾਨਕ ਸਾਹਿਬ ਮਹਾਰਾਜ ਇਹ ਸਵਾਲ ਸੁਣ ਕੇ ਫੇਰ ਬੋਲਦੇ ਹੈ। ਕੀ ਕਹਿੰਦੇ ਹੈ? ਮਹਾਰਾਜ ਕਹਿੰਦੇ ਜਿਹੜੀ ਸਿਰ ਦੇ ਉੱਪਰ ਇਹ ਟੋਪੀ ਧਾਰਨ ਕੀਤੀ ਨਾ, ਇਹਦਾ ਵੀ ਕੋਈ ਭਾਵ ਹੈ, ਇਹਦਾ ਵੀ ਕੋਈ ਕਾਰਨ ਹੈ। ਕਾਜ਼ੀ ਕਹਿੰਦੇ ਮਹਾਰਾਜ ਕਾਰਨ ਕੀ ਹੈ, ਦੱਸਣਾ ਕਰੋ। ਛੋਟੀ ਕੁਲ ਵੱਡੀ ਦਸਤਾਰਾ ਤੇ ਦਰਦ ਜਿਉ ਸਰਬ ਹੰਕਾਰਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਸੱਚ ਹੈ ਕਿ ਸਿਰ ਦੇ ਉੱਪਰ ਪੱਗੜੀ ਬੰਨਣੀ, ਦਸਤਾਰ ਬੰਨਣੀ ਇਹ ਉੱਚੀ ਕੁੱਲ ਦੀ ਨਿਸ਼ਾਨੀ ਹੁੰਦੀ ਹੈ, ਇਹ ਚੰਗੇਪਨ ਦੀ ਨਿਸ਼ਾਨੀ ਹੁੰਦੀ ਹੈ, ਸਰਦਾਰੀ ਦੀ ਨਿਸ਼ਾਨੀ ਹੁੰਦੀ ਹੈ। ਤੇ ਮਹਾਰਾਜ ਕਹਿਣ ਲੱਗੇ, ਕਹਿੰਦੇ ਇਹ ਵਾਲਾ ਭਾਵ ਸਤਿਗੁਰੂ ਨੇ ਟੋਪੀ ਵੀ ਇੱਕ ਪ੍ਰਤੀਕ ਦੇ ਰੂਪ ਵਿੱਚ ਲਈ। ਮਹਾਰਾਜ ਕਹਿੰਦੇ ਆਪਣੇ ਅੰਦਰੋਂ ਆ ਜਿਹੜੀ ਖੋਪਰੀ ਹੈ ਨਾ, ਇਸ ਖੋਪਰੀ ਦੇ ਵਿੱਚੋਂ ਹੰਕਾਰ ਦੂਰ ਕਰਨਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਅੰਦਰ ਈਰਖਾ ਧਾਰਨ ਕਰਕੇ ਬੈਠੇ ਹੋਏ ਹੋ, ਆਪਣੇ ਅੰਦਰ ਦੀ ਈਰਖਾ ਨੂੰ ਛੱਡਣਾ ਕਰੋ। ਤੇ ਜੇ ਤੁਸੀਂ ਈਰਖਾ ਨੂੰ ਛੱਡੋਗੇ ਖੁਦਾ ਨੂੰ ਯਾਦ ਕਰੋ, ਪਰਮਾਤਮਾ ਨੂੰ ਚੇਤੇ ਕਰਨਾ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਹੁਣ ਟੋਪੀ ਦਾ ਭਾਵ ਵੀ ਸੁਣ ਲਓ। ਮੇਰੇ ਗੁਰਦੇਵ ਪਿਤਾ ਕਹਿਣ ਲੱਗੇ ਜਿਹੜੀ ਟੋਪੀ ਦਾ ਮੂੰਹ ਅੰਦਰ ਨੂੰ ਹੁੰਦਾ ਏ ਉਹ ਹੁੰਦਾ ਕਿ ਅੰਤਰਾਤਮੇ ਤੁਸੀਂ ਆਪਣੇ ਆਪ ਨੂੰ ਸੋਧ ਲੈਣਾ ਕਰੋ, ਭਾਵ ਅੰਤਰਾਤਮੇ ਤੁਸੀਂ ਆਪਣੇ ਆਪ ਨੂੰ ਜਾਣਨ ਦਾ
ਯਤਨ ਕਰੋ। ਚਾਰ ਤਰਕੀ ਕੁਲੇ ਬਨਾਈ ਚਾਰੇ ਤਰਕ ਦੇ ਸਮਝਾਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ 4 ਤਰ੍ਹਾਂ ਦੀ ਟੋਪੀ, 4 ਤਰ੍ਹਾਂ ਦੀਆਂ ਟਾਕੀਆਂ ਲਾ ਕੇ ਤਿਆਰ ਕੀਤੀ ਹੋਈ। ਮੇਰੇ ਗੁਰਦੇਵ ਕਹਿੰਦੇ ਉਹਦਾ ਭਾਵ ਹੈ ਤੁਸੀਂ ਸਾਰਾ ਕੁਝ ਤਿਆਗ ਦੇਣਾ ਕਰੋ, ਭਾਵ ਤਿਆਗੀ ਬਣਨ ਦਾ ਯਤਨ ਕਰੋ। ਧੁਨੀ ਸੁਰਗ ਮੁਖ ਦੋ ਤਰਕੋ ਮਾਨ ਜਿਮ ਹੋਲ ਪਾਏ ਨਾ ਉਰਕੋ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸੰਸਾਰ ਤੇ ਦੂਜਾ ਨਿਰੰਕਾਰ, ਜਿਹਨੂੰ ਲੋਕ ਸਵਰਗ ਵੀ ਕਹਿੰਦੇ ਆ। ਮਹਾਰਾਜ ਕਹਿੰਦੇ ਦੋਵਾਂ ਤਰ੍ਹਾਂ ਦੇ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ ਨਾ, ਤੇ ਫਿਰ ਆਪਣੇ ਮਨ ਦੇ ਸ਼ੰਕੇ ਜਿਹੜੇ ਆ ਉਹਨਾਂ ਨੂੰ ਤਿਆਗਣਾ ਕਰੋ। ਜੀ ਬਹੁਤ ਅਲਾਈ ਖਫਨੀ ਰੀਤ ਕਹੋ ਕਿਉ ਪਾਈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਸੁਣ ਕੇ ਉਹ ਜਿਹੜੇ ਕਾਜੀ ਹਨ ਉਹ ਬੜੇ ਹੈਰਾਨ ਹੁੰਦੇ ਹਨ। ਸਤਿਗੁਰੂ ਨੂੰ ਫਿਰ ਅਗਲਾ ਸਵਾਲ ਵੀ ਕਰਦੇ ਹੈ, ਕਹਿੰਦੇ ਮਹਾਰਾਜ ਇਹ ਖਫਣੀ ਭਾਵ ਇਹ ਕਿਉਂ ਤੁਸੀਂ ਤਨ ਦੇ ਉੱਪਰ ਧਾਰਨ ਕੀਤੀ ਹੋਈ ਹੈ। ਮਹਾਰਾਜ ਇਹਦਾ ਵੀ ਜਵਾਬ ਦੇਣਗੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਹਾਜੀ ਲੋਕ ਹੱਜ ਕਰਨ ਵਾਸਤੇ ਜਾਂਦੇ ਹੈ, ਉੱਥੇ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਨਾਲ ਰਲ ਕੇ ਤੇ ਮੱਕੇ ਦੀ ਜ਼ਿਆਰਤ ਕਰਨ ਵਾਸਤੇ, ਸੱਚ ਦਾ ਉਪਦੇਸ਼ ਦੇਣ ਵਾਸਤੇ ਜਾਂਦੇ ਹਨ। ਜਿਵੇਂ ਉਹ ਕਾਜ਼ੀ ਤੇ ਹਾਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਕਰ ਰਹੇ, ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦਾ ਜਵਾਬ ਦੇ ਰਹੇ। ਕੀ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਸੱਚ ਦਾ ਉਪਦੇਸ਼ ਦੇਣਗੇ, ਇਹ ਆਪਾਂ ਆਉਣ ਵਾਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਕਵੀ ਸੰਤੋਖ ਸਿੰਘ ਜੀ ਦਰਸਾ ਰਹੇ ਨੇ। ਲੜੀਵਾਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ